हेलो स्टूडेंट्स, आई एम सुखविंदर फ्रॉम डिपार्टमेंट ऑफ इकनॉमिक्स, GGST कॉलेज हरियाणा हुशियारपुर। ਅੱਜ ਅਸੀਂ ਕਰਾਂਗੇ ਲਾਅ ਆਫ ਡਿਮਾਂਡ। ਇਕਨੋਮਿਕਸ ਦਾ ਇੱਕ ਬਹੁਤ ਹੀ ਇੰਪੋਰਟੈਂਟ ਨਿਯਮ ਮੰਗ ਅਸੀਂ ਕੱਲ੍ਹ ਕੀਤੀ ਸੀ, ਜਿਹਦੇ ਵਿੱਚ ਆਪਾਂ ਕਰਿਆ ਕਿ ਸਭ ਤੋਂ ਪਹਿਲਾਂ ਇੱਛਾ ਹੁੰਦੀ ਹੈ ਜਦੋਂ ਤੁਹਾਡੇ ਕੋਲ ਰਿਸੋਰਸਿਸ ਨਹੀਂ ਹੈ। ਜਦੋਂ ਤੁਹਾਡੇ ਕੋਲ ਰਿਸੋਰਸਿਸ ਆ ਗਏ ਉਸ ਪਾਰਟੀਕੂਲਰ ਪ੍ਰੋਡਕਟ ਨੂੰ ਖਰੀਦਣ ਦੇ ਲਈ, ਉਸ ਚੀਜ਼ ਨੂੰ ਖਰੀਦਣ ਲਈ ਜਿਹੜੀ ਤੁਸੀਂ ਚਾਹੁੰਦੇ ਹੋ, ਦੈਨ ਉਹ ਤੁਹਾਡੀ ਲੋੜ ਬਣੇਗੀ। ਅਤੇ ਜਦੋਂ ਤੁਸੀਂ ਕਿਸੇ ਪਾਰਟੀਕੂਲਰ ਟਾਈਮ ਦੇ ਉੱਪਰ ਇੱਕ ਖਾਸ ਪ੍ਰਾਈਸ ਦੇ ਉੱਪਰ ਉਸ ਪ੍ਰੋਡਕਟ ਨੂੰ ਲੈਣ ਚਲੇ ਜਾਂਦੇ ਹੋ, ਲੈਣ ਲਈ ਤਿਆਰ ਹੋ ਜਾਂਦੇ ਹੋ, ਦੈਨ ਉਹ ਡਿਮਾਂਡ ਹੋ ਜਾਂਦੀ ਹੈ। ਅਤੇ ਅੱਜ ਅਸੀਂ ਕਰਾਂਗੇ ਲਾਅ ਆਫ ਡਿਮਾਂਡ। ਲਾਅ ਆਫ ਡਿਮਾਂਡ ਮੰਗ ਦਾ ਨਿਯਮ ਆ। ਮੰਗ ਦਾ ਨਿਯਮ ਕੀ ਦੱਸਦਾ ਸਾਨੂੰ? ਮੰਗ ਦਾ ਨਿਯਮ ਇਹ ਦੱਸਦਾ ਕਿ ਦੂਜੀਆਂ ਗੱਲਾਂ ਸਮਾਨ ਰਹਿਣ, ਅਤੇ ਦੂਜੀਆਂ ਗੱਲਾਂ ਮੀਨਸ ਬਾਕੀ ਸਾਰੇ ਫੈਕਟਰਸ ਜਿਹੜੇ ਆ ਮੰਗ ਨੂੰ ਪ੍ਰਭਾਵਿਤ ਕਰਨ ਵਾਲੇ ਸਾਰੇ ਸੇਮ ਰਹਿਣ। ਜੇ ਕਿਸੇ ਵਸਤੂ ਦੀ ਕੀਮਤ ਵਧੇਗੀ ਤਾਂ ਉਸ ਦੀ ਮੰਗ ਘਟੇਗੀ, ਅਤੇ ਜੇ ਕੀਮਤ ਘਟੇਗੀ ਤਾਂ ਉਸ ਦੀ ਮੰਗ ਵਧੇਗੀ। ਮੀਨਸ ਬਾਕੀ ਸਾਰੇ ਫੈਕਟਰਸ ਦੇ ਵਿੱਚ ਕੋਈ ਵੀ ਚੇਂਜ ਨਾ ਹੋਵੇ, ਕਿਤੇ ਵੀ ਕੋਈ ਵੀ ਚੇਂਜ ਨਾ ਆਵੇ। ਪ੍ਰਾਈਸ ਦਾ ਅਤੇ ਡਿਮਾਂਡ ਦਾ ਰਿਲੇਸ਼ਨਸ਼ਿਪ ਆ ਜਿਹੜਾ ਉਹ ਨੈਗੇਟਿਵ ਹੁੰਦਾ, ਉਲਟਾ ਸੰਬੰਧ ਹੁੰਦਾ। ਇੱਕ ਚੀਜ਼ ਵੱਧਦੀ ਆ, ਮਤਲਬ ਪ੍ਰਾਈਸ ਵਧੇਗਾ ਤਾਂ ਡਿਮਾਂਡ ਘਟੇਗੀ, ਪ੍ਰਾਈਸ ਘਟੇਗਾ ਤਾਂ ਡਿਮਾਂਡ ਵਧੇਗੀ। ਇਸ ਲਈ ਇਹਨੂੰ ਇਸ ਤਰ੍ਹਾਂ ਦਿਖਾਇਆ ਗਿਆ, DX ਇਸ ਤਰ੍ਹਾਂ ਦਿਖਾਇਆ ਗਿਆ, DX ਇਜ਼ ਅ ਫੰਕਸ਼ਨ ਆਫ PX। PR ਉਹ ਬਾਰ ਪਾਈ ਹੋਈ ਆ, Y ਬਾਰ, T ਬਾਰ, E ਬਾਰ। ਦੇਖੋ PX ਕੀ ਆ? ਪ੍ਰਾਈਸ ਆਫ X। ਬਸ ਡਿਮਾਂਡ ਫॉर X ਕਾਹਦਾ ਫੰਕਸ਼ਨ ਆ? ਪ੍ਰਾਈਸ ਆਫ X ਦਾ। ਇਸ ਤੋਂ ਬਾਅਦ ਡਿਮਾਂਡ, ਕਿਉਂਕਿ ਆਪਣੇ ਪ੍ਰਾਈਸ ਤੋਂ ਇਲਾਵਾ ਦੂਸਰੇ ਫੈਕਟਰਸ ਦੇ ਪ੍ਰਾਈਸ 'ਤੇ ਵੀ ਡਿਪੈਂਡ ਕਰਦੀ ਆ। ਪ੍ਰਾਈਸ ਆਫ ਰਿਲੇਟਡ ਗੁਡਸ, ਇਨਕਮ, ਟੇਸਟ, ਅਤੇ ਉਸ ਤੋਂ ਬਾਅਦ ਸੰਭਾਵਨਾਵਾਂ, ਪ੍ਰਾਈਸ ਵਧਣ ਦੀ ਜਾਂ ਘਟਣ ਦੀ ਆਸ ਆ ਜਿਹੜੀ, ਪਰ ਉਹਨਾਂ ਦੇ ਉੱਪਰ ਉਹ ਵਾਰ ਦਾ ਸਾਈਨ ਪਾਇਆ ਹੋਇਆ। ਮਤਲਬ ਉਹ ਸਾਰੇ ਫੈਕਟਰਸ ਕੀ ਰਹਿੰਦੇ ਆ? ਕੌਂਸਟੈਂਟ। ਅਤੇ ਡਿਮਾਂਡ ਆ ਜਿਹੜੀ ਕਿਸੇ X ਪ੍ਰੋਡਕਟ ਦੀ, ਉਹ ਸਿਰਫ ਅਤੇ ਸਿਰਫ X ਪ੍ਰੋਡਕਟ ਦੇ ਪ੍ਰਾਈਸ 'ਤੇ ਡਿਪੈਂਡ ਕਰਦੀ ਹੈ। ਜੇ X ਪ੍ਰੋਡਕਟ ਦਾ ਪ੍ਰਾਈਸ ਵਧੇਗਾ ਤਾਂ ਉਸਦੀ ਡਿਮਾਂਡ ਘਟੇਗੀ, ਜੇ ਪ੍ਰਾਈਸ ਘਟੇਗਾ ਤਾਂ ਡਿਮਾਂਡ ਵਧੇਗੀ। ਅਤੇ ਇਹ ਜਿਹੜਾ ਨੈਗੇਟਿਵ ਰਿਲੇਸ਼ਨਸ਼ਿਪ ਆ, ਇਹ ਕੀ ਹੈ? ਲਾਅ ਆਫ ਡਿਮਾਂਡ। ਠੀਕ ਇਸੇ ਤਰ੍ਹਾਂ ਪ੍ਰੋਫੈਸਰ ਮਾਰਸ਼ਲ ਨੇ ਡੈਫੀਨੇਸ਼ਨ ਦਿੱਤੀ ਹੈ ਕਿ ਮੰਗ ਦਾ ਸਧਾਰਨ ਨਿਯਮ ਇਹ ਆ ਕਿ ਕੀਮਤ ਵਿੱਚ ਕਮੀ ਹੋਣ ਦੇ ਫਲਸਰੂਪ ਵਸਤੂ ਦੀ ਮੰਗ ਵੱਧ ਜਾਂਦੀ ਹੈ, ਅਤੇ ਕੀਮਤ ਵਿੱਚ ਵਾਧਾ ਹੋਣ ਦੇ ਕਰਕੇ ਉਹਦੀ ਜਿਹੜੀ ਮੰਗ ਆ ਘਟ ਜਾਂਦੀ ਹੈ। ਪਰ ਇਹ ਜਿਹੜਾ ਨਿਯਮ ਆ, ਇਹ ਕੁਝ ਇੱਕ ਮਾਨਤਾਵਾਂ 'ਤੇ ਆਧਾਰਿਤ ਆ। ਸਭ ਤੋਂ ਪਹਿਲਾਂ ਇਹ ਜਿਹੜੀ ਮਾਨਤਾ, ਸਭ ਤੋਂ ਪਹਿਲਾਂ ਜਿੱਦਾਂ ਲਿਖਿਆ ਜਾਂਦਾ ਸੀ, ਦੂਜੀਆਂ ਗੱਲਾਂ ਸਮਾਨ ਰਹਿਣ 'ਤੇ, ਦੂਜੀਆਂ ਗੱਲਾਂ ਸਮਾਨ ਹੋਣ 'ਤੇ ਇਹ ਜਿਹੜੀਆਂ ਅਜੰਪਸ਼ਨਸ ਆ, ਮੀਨਸ ਇਹ ਜਿਹੜੀਆਂ ਅਜੰਪਸ਼ਨਸ ਆਪਾਂ ਹੁਣ ਡਿਸਕਸ ਕਰਨ ਜਾ ਰਹੇ ਹਾਂ, ਜੇ ਇਹ ਹੁੰਦਾ, ਜੇ ਇਸੇ ਤਰ੍ਹਾਂ ਹੋਵੇ ਤਾਂ ਇਹ ਲਾਅ ਅਪਲਾਈ ਹੋਏਗਾ ਕਿ ਕੀਮਤ ਦਾ ਅਤੇ ਮੰਗ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਹ ਨੈਗੇਟਿਵ ਹੋਏਗਾ, ਉਲਟਾ ਸੰਬੰਧ ਹੋਏਗਾ। ਸਭ ਤੋਂ ਪਹਿਲਾਂ ਤਾਂ ਭੋਗਤਾ ਦੀ ਜਿਹੜੀ ਟੇਸਟ ਆ, ਉਹਦੀ ਜਿਹੜੀਆਂ ਪ੍ਰੈਫਰੈਂਸਿਸ ਆ, ਉਹਦੇ ਵਿੱਚ ਕੋਈ ਚੇਂਜ ਨਹੀਂ ਆਉਣੀ ਚਾਹੀਦੀ। ਦੂਸਰਾ, ਉਹਦੀ ਇਨਕਮ ਦੇ ਵਿੱਚ ਕੋਈ ਚੇਂਜ ਨਹੀਂ ਆਉਣੀ ਚਾਹੀਦੀ, ਕਿਉਂਕਿ ਜੇ ਇਨਕਮ ਵੱਧ ਗਈ ਤੁਹਾਡੀ, ਫਿਰ ਪ੍ਰਾਈਸ ਵੀ ਵਧੇਗਾ ਤਾਂ ਵੀ ਤੁਸੀਂ ਡਿਮਾਂਡ ਵਧਾ ਦੋਗੇ। ਇਸ ਲਈ ਤੁਹਾਡੀ ਇਨਕਮ ਦੇ ਵਿੱਚ ਕੋਈ ਚੇਂਜ ਨਹੀਂ ਆਉਣੀ ਚਾਹੀਦੀ। ਉਸ ਤੋਂ ਬਾਅਦ ਜਿਹੜੀਆਂ ਰਿਲੇਟਡ ਗੁੱਡਸ ਆ, ਜਿਸ ਤਰ੍ਹਾਂ ਆਪਾਂ ਟੀ ਐਂਡ ਕੌਫੀ ਦੀ ਕੱਲ੍ਹ ਗੱਲ ਕੀਤੀ ਸੀ ਕਿ ਇੱਕ ਪ੍ਰੋਡਕਟ ਦਾ ਪ੍ਰਾਈਸ ਵਧਦਾ ਤਾਂ ਦੂਸਰੇ ਦੀ ਡਿਮਾਂਡ ਘੱਟ ਜਾਂਦੀ ਹੈ। ਇਸ ਲਈ ਜਿਹੜੇ ਨਾਲ ਉਹਦੇ ਨਾਲ ਸੰਬੰਧਿਤ ਪ੍ਰੋਡਕਟ ਆ, ਉਹਦੇ ਪ੍ਰਾਈਸ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਉਣੀ ਚਾਹੀਦੀ। ਉਸ ਤੋਂ ਬਾਅਦ ਜਿਹੜਾ ਵੈਲਥ ਆ, ਧਨ ਆ, ਜਿਹੜਾ ਜਿਹਦੇ 'ਤੇ ਕੰਜ਼ਿਊਮਰ ਦੀ ਓਨਰਸ਼ਿਪ ਹੁੰਦੀ ਹੈ, ਉਹਦੇ ਵਿੱਚ ਕੋਈ ਵਾਧਾ ਨਹੀਂ ਹੋਣਾ ਚਾਹੀਦਾ, ਕੋਈ ਚੇਂਜ ਨਹੀਂ ਆਉਣੀ ਚਾਹੀਦੀ। ਅਤੇ ਉਸ ਤੋਂ ਬਾਅਦ ਫਿਊਚਰ ਦੇ ਵਿੱਚ ਪ੍ਰਾਈਸ ਦੇ ਵਧਣ ਦੀ ਜਾਂ ਘਟਣ ਦੀ ਕੋਈ ਆਸ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇ ਸਾਨੂੰ ਲੱਗੇ ਕਿਸੇ ਪ੍ਰੋਡਕਟ ਦਾ ਪ੍ਰਾਈਸ ਫਿਊਚਰ 'ਚ ਘਟ ਜਾਏਗਾ ਤਾਂ ਅਸੀਂ ਅੱਜ ਉਹਦੀ ਡਿਮਾਂਡ ਘਟਾ ਦਿੰਦੇ ਹਾਂ ਕਿ ਜਦੋਂ ਸਸਤਾ ਹੋਏਗਾ ਆਪਾਂ ਉਦੋਂ ਲਵਾਂਗੇ। ਇਸ ਲਈ ਇਹ ਕੁਛ ਇੱਕ ਚੀਜ਼ਾਂ ਜਿਨ੍ਹਾਂ ਦੇ ਵਿੱਚ ਜੇ ਚੇਂਜ ਨਹੀਂ ਆਉਂਦੀ ਤਾਂ ਕੀਮਤ ਦਾ ਅਤੇ ਮੰਗ ਦਾ ਜਿਹੜਾ ਰਿਲੇਸ਼ਨਸ਼ਿਪ ਆ ਉਹ ਉਲਟਾ ਹੋਏਗਾ, ਇਨਵਰਸ ਹੋਏਗਾ, ਅਤੇ ਲਾਅ ਆਫ ਡਿਮਾਂਡ ਜਿਹੜਾ ਉਹ ਅਪਲਾਈ ਹੋਏਗਾ। ਹੁਣ ਮੰਗ ਦੇ ਨਿਯਮ ਦੀ ਵਿਆਖਿਆ ਜਿਹੜੀ ਉਹ ਕਰਾਂਗੇ। ਮੰਗ ਦਾ ਨਿਯਮ ਜਿਸ ਤਰ੍ਹਾਂ ਪਹਿਲਾਂ ਵੀ ਕੀਤਾ ਸੀ, ਦੂਜੀਆਂ ਗੱਲਾਂ ਸਮਾਨ ਰਹਿਣ 'ਤੇ ਮੀਨਸ ਉਪਭੋਗਤਾ ਦੀ ਇਨਕਮ, ਕੰਜ਼ਿਊਮਰ ਦੀ ਇਨਕਮ, ਉਹਦੇ ਟੇਸਟ, ਉਹਦੇ ਪ੍ਰੈਫਰੈਂਸਿਸ, ਹੋਰ ਜਿਹੜੇ ਉਹਦੇ ਨਾਲ ਸੰਬੰਧਿਤ ਵਸਤੂਆਂ ਆ ਉਹ, ਅਤੇ ਪਾਪੂਲੇਸ਼ਨ ਦਾ ਸਾਈਜ਼, ਮਾਰਕੀਟ ਦੀਆਂ ਬਾਕੀ ਸਾਰੀਆਂ ਕੰਡੀਸ਼ਨਸ ਦੇ ਵਿੱਚ ਕੋਈ ਵੀ ਚੇਂਜ ਜੇ ਨਹੀਂ ਆਈ, ਜੇ ਸਾਰੀਆਂ ਗੱਲਾਂ ਸਮਾਨ ਰਹੀਆਂ, ਜੇ ਸਾਰੀਆਂ ਗੱਲਾਂ ਸਮਾਨ ਰਹੀਆਂ ਤਾਂ ਕੀਮਤ ਦਾ, ਵਸਤੂ ਦੀ ਮੰਗ ਅਤੇ ਉਸ ਦੀ ਕੀਮਤ ਦਾ ਉਲਟਾ ਸੰਬੰਧ ਹੋਏਗਾ। ਜੇ ਕੀਮਤ ਵਧੇਗੀ ਤਾਂ ਮੰਗ ਘਟੇਗੀ, ਜੇ ਕੀਮਤ ਘਟੇਗੀ ਤਾਂ ਮੰਗ ਵਧੇਗੀ। ਅਤੇ ਇਸ ਨੂੰ ਜਿਹੜਾ ਐਕਸਪਲੇਨ ਕੀਤਾ ਜਾਂਦਾ ਉਹ ਮੰਗ ਸੂਚੀ, ਇੱਕ ਮੰਗ ਸੂਚੀ ਦੇ ਨਾਲ, ਅਤੇ ਦੂਸਰਾ ਜਿਹੜਾ ਆ ਉਹਦੀ ਡਿਮਾਂਡ ਕਰਵ ਦੇ ਨਾਲ। ਮੰਗ ਸੂਚੀ ਕੀ ਹੁੰਦੀ ਹੈ? ਮੰਗ ਸੂਚੀ ਕੀ ਹੈ? ਦੂਜੀਆਂ ਗੱਲਾਂ ਸਮਾਨ ਰਹਿਣ 'ਤੇ, ਮਤਲਬ ਜਿਹੜੀਆਂ ਆਪਾਂ ਕਰ ਹੀ ਚੁੱਕੇ ਹਾਂ, ਕਿਹੜੀਆਂ ਗੱਲਾਂ ਸਮਾਨ ਰਹਿਣ, ਜਿਹੜੀਆਂ ਸਾਡੀਆਂ ਮਾਨਤਾਵਾਂ ਆ ਕਿ ਇੱਕ ਅਲੱਗ-ਅਲੱਗ ਅਲੱਗ-ਅਲੱਗ ਪ੍ਰਾਈਸਿਸ ਦੇ ਉੱਤੇ ਕਿੰਨੇ ਪ੍ਰੋਡਕਟ ਖਰੀਦੇ ਜਾਣਗੇ, ਇਹ ਸ਼ੋ ਕਰਦੀ ਹੈ।
एक इंडिविजुअल मंग सूची हुंदी है जिहड़ी व्यक्तिगत मंग सूची है कि मान लो जिद्दां एक व्यक्ति मान लो कोई भी होवे एक सिंगल व्यक्ति अलग अलग कीमतां 8 रुपये 9 रुपये 10 रुपये वो 8 रुपये ते किन्ना खरीदेगा 9 रुपये ते किन्ना खरीदेगा 10 रुपये ते किन्ना खरीदेगा ते बाजार मंग सूची च तां हुण एक व्यक्ति तां होएगा नहीं, एक तो ज़्यादा होणगे तो कोई हो सकता 8 रुपये के उत्ते 5 चीज़ां खरीदे, कोई हो सकता 8 रुपये के 4 चीज़ां खरीदे, तो कोई हो सकता 8 रुपये के उत्ते 8 चीज़ां ही खरीद लवे। तो सारिਆਂ ਦਾ ऐड करके जिहड़ा वो मंग सूची जिहड़ी बनूगी वो मार्केट की बनेगी। देखो ये बहुत ज़्यादा डिटेल च नहीं लिखना। इंडिविजुअल डिमांड शेड्यूल जिहड़ा व्यक्तिगत मंग सूची टेबल ते ही आ जाओ सीधा कि जो एक व्यक्तिगत मंग सूची की दसदी है, एक लाइन दस देना तुसीं कि अलग अलग कीमतां दे उपर एक व्यक्ति है जिहड़ा वो किन्ना खरीददा। जे कीमत 1 रुपये है तो 4 चीज़ां खरीदेगा, मंग 4 यूनिट्स मंगूगा, 2 रुपये तो 3 यूनिट्स मंगूगा, 3 रुपीज़ 3 रुपीज़ तो 2 यूनिट्स की डिमांड करूगा एंड 4 रुपीज़ तो 1 यूनिट की डिमांड करेगा। इट मीनस इनवर्सल रिलेशनशिप हो गया कि जिद्दां जिद्दां कीमत वधदी पई आ उहदी जिहड़ी डिमांड है ਉਹਦੇ ਵਿੱਚ लगातार कमी आती पई है। तो जिहड़ी मार्केट डिमांड शेड्यूल आ ਉਹ क्योंकि मार्केट ਦੇ एक तो ज़्यादा व्यक्ति होणगे सारे इंडिविजुअल्स की डिमांड ਨੂੰ ਇਕੱਠੀ करके जो ਅਸੀਂ देखांगे वो मंग सूची होएगी। पर फिर भी ਇੱਥੇ ਅਸੀਂ ਮੰਨ ਕੇ ਚੱਲਦੇ ਹਾਂ कि मान लो मार्केट ਦੇ ਵਿੱਚ सिर्फ 2 इंडिविजुअल आ ए ਤੇ बी ਤੇ कीमत होई 1 2 3 4। इंडिविजुअल जिहड़ा ए आ वो एक दे उत्ते 4 चीज़ां की डिमांड करेगा, 2 रुपीज़ के उपर 3 यूनिट्स सी, 3 रुपीज़ ते 2 यूनिट्स सी एंड 4 रुपीज़ ते 1 यूनिट की डिमांड करेगा। तो पर इंडिविजुअल बी है जिहड़ा वो 1 रुपये के उपर 5 यूनिट्स की मंग करता पिया, 2 रुपीज़ ते 4 यूनिट्स की डिमांड करता पिया, 3 रुपीज़ ते 3 यूनिट्स की डिमांड करता पिया एंड 4 रुपीज़ ते 2 यूनिट्स की डिमांड करता पिया। रिलेशनशिप इत्थे भी प्राइस का तो डिमांड का नैगेटिव ही है। पर यह जरूर है कि ए जिहड़ा आ वो 1 रुपये के उत्ते 4 यूनिट्स मंगदा पिया पर बी जिहड़ा वो 5 मंगदा पिया। हुण ए ते बी की जिहड़ी मंग आ उहनूं जदों असीं ऐड कर दिंदे आ 4 + 5 9, 3 + 4 7, 2 + 3 5, 1 + 2 3 तो ये जिहड़ी मंग बनदी है ये जिहड़ी सूची होण आंदी है इहनूं असीं मार्केट डिमांड शेड्यूल बाजार मंग सूची कहंदे आ। तो दूसरा हुण असीं इहनूं डिमांड कर्व के थ्रू भी एक्सप्लेन कर सकते हैं। जदों तुसीं आ जिहड़ी मंग सूचियां तुसीं हुणे कीतियां, एक इंडिविजुअल मंग सूची कीती, इंडिविजुअल डिमांड शेड्यूल करिया ते दूसरा तुसीं मार्केट डिमांड शेड्यूल कीता। जदों इन्हां नूं असीं एक कर्व के थ्रू एक डायग्राम के थ्रू एक्सप्लेन दर्शावांगे तो डिमांड कर्व जिहड़ी उहनूं डिमांड कर्व कहा जाएगा। लैफ्ट विच जिहड़े प्रोफैसर लैफ्ट विच उन्होंने कहा सीगा मंग बकर वस्तु दियां उन्हां ਵੱਧ ਤੋਂ ਵੱਧ ਮਾਤਰਾਵਾਂ ਨੂੰ ਪ੍ਰਗਟ ਕਰਦੀ ਹੈ ਜਿਨ੍ਹਾਂ ਨੂੰ ਉਪਭੋਗਤਾ ਸਮੇਂ ਦੀ ਇੱਕ ਅਵਧੀ ਵਿੱਚ ਵੱਖ-ਵੱਖ ਕੀਮਤ 'ਤੇ ਖਰੀਦਣਗੇ। ਤੇ ਇਹ ਠੀਕ ਇਸੇ ਤਰ੍ਹਾਂ ਦੇਖੋ ਸਭ ਤੋਂ ਪਹਿਲਾਂ ਇੰਡੀਵਿਜੂਅਲ ਡਿਮਾਂਡ ਕਰਵ ਡਰਾ ਕਰਾਂਗੇ। ਦੇਖੋ ਐਕਸ ਐਕਸਿਸ ਦੇ ਉੱਤੇ देखो एक्स एक्सिस के उपर इधर क्वांटिटी दिखाई है, क्वांटिटी कितनी है 1 2 3 एंड 4 एंड वाई एक्सिस से इधर देखियो प्राइस दिखाया। तो देखो 1 रुपये तो कितना मंगया 4, 2 रुपये तो कितना मंगया गया 3, 3 रुपये तो कितना मंगया गया 2, 4 रुपये के उत्ते कितना मंगया गया 1। ये जिहड़े कॉर्नरस बने इन्हों अटैच कर दिता तो ये तुहाडा की बन जाएगा डिमांड कर्व। ठीक है। फिर भी जे किते कोई डाउट होवे मैं दोबारा दस दियाँ। देखो इस तरह डायग्राम बनाई गई है। इधर 1 रुपया, 1 रुपये तो कितना मंगया गया 4, दैन 3 रुपये तो कितना मंगया गया सॉरी 2 रुपये तो मंगया गया 3, 3 रुपये तो कितना मंगया गया 2, 4 रुपये तो कितना मंगया गया 1। तो ये जो कॉर्नर बने इन्हों तुसीं अटैच कर दिओ। इत्थे थोड़ी मेरा पेन थोड़ा टेढ़ा हो गया, ये सारिਆਂ ਨੂੰ अटैच कर दोगे कॉर्नरस ਨੂੰ इस तरह जिस तरह इत्थे कीता ही होया तो ये तुहाडी डिमांड कर्व बन जाएगी। सेम मार्केट डिमांड करव दे विच देखो आ जिहड़ा तुहाडा दिखाया गया ये फस्ट करव, ये जिहड़ा तुहाडा फस्ट डिमांड शेड्यूल सी, जिहड़ा तुहाडा फस्ट डिमांड शेड्यूल सी ये वाला इंडिविजुअल डिमांड शेड्यूल ये उहदे अकॉर्डिंग बनी है। तो जिहड़ा दूसरा आ जिहड़ी दूसरी करव आ तुहाडी देखो बी, ये जिहड़ा तुहाडा बी डिमांड शेड्यूल सी देखो दोबारा पिछे जाके देखियो ये अकॉर्डिंग बनी है तो ये अकॉर्डिंग बनी है। तो जिहड़ी फिर टोटल डिमांड शेड्यूल बनाया गया वो ये अकॉर्डिंग बनया आ जिहड़ी तुहाडी बाजार मंग सूची है कि देखो मैं दोबारा उधर जाती पई हाँ उस डायग्राम ते चली हाँ। देखियो 1 रुपये के उत्ते कितनी यूनिट्स की डिमांड होंदी पई 9 की, 2 के उत्ते कितनी दी होंदी पई 7 की, 3 के उत्ते कितनी यूनिट्स की डिमांड होंदी पई है 5 की एंड 4 के उत्ते कितनी यूनिट्स की डिमांड होंदी पई है 3 की। मीनस एक्स एक्सिस का जिहड़ा ये हॉरीजोंटल एक्सिस हुंदा इहनूं तुसीं एक्स एक्सिस कहंदे हो, जिहड़ा ये वर्टिकल हुंदा
ਇਹਨੂੰ ਤੁਸੀਂ ਵਾਈ ਐਕਸਿਸ ਕਹਿੰਦੇ ਹੋ। ਇੱਥੇ ਓਰੀਜਨ ਹੁੰਦਾ ਸਾਡਾ ਐਕਸ ਐਕਸਿਸ 'ਤੇ ਉਹ ਹਰੇਕ ਜਗ੍ਹਾ ਕੀ ਲੈਂਦਾ ਪਿਆ ਕੁਆਂਟਿਟੀ, ਅਤੇ ਵਾਈ ਐਕਸਿਸ 'ਤੇ ਕੀ ਲੈਂਦਾ ਪਿਆ ਉਹ ਪ੍ਰਾਈਜ਼। ਐਂਡ ਜਿਹੜਾ ਰਿਲੇਸ਼ਨਸ਼ਿਪ ਆ ਉਹ ਕੀ ਬਣਦਾ ਪਿਆ ਨੈਗੇਟਿਵ ਆ, ਕਿਉਂਕਿ ਕੀਮਤ ਜਦੋਂ ਘਟਦੀ ਆ ਡਿਮਾਂਡ ਵੱਧਦੀ ਪਈ ਹੈ। ਕੀਮਤ ਜਿੱਦਾਂ ਜਿੱਦਾਂ ਘਟੀ ਜਾਂਦੀ ਪਈ ਹੈ ਡਿਮਾਂਡ ਲਗਾਤਾਰ ਵਧੀ ਜਾਂਦੀ ਪਈ ਹੈ, ਡਾਊਨਵਰਡ ਸਲੋਪ ਆ। ਇਸ ਲਈ ਡਿਮਾਂਡ ਕਰਨ ਦੀ ਜਿਹੜੀ ਸ਼ੇਪ ਆ ਉਹ ਡਾਊਨਵਰਡ ਆ, ਹੇਠਾਂ ਵੱਲ ਨੂੰ ਝੁਕੀ ਹੋਈ ਡਿਮਾਂਡ ਕਰਵ ਆ। ਲੈਫਟ ਸਾਈਡ ਦੀ ਅੱਪਰ ਤੋਂ ਰਾਈਟ ਸਾਈਡ ਵੱਲ ਨੂੰ ਡਾਊਨ ਵੱਲ ਨੂੰ ਉਹ ਜਾ ਰਹੀ ਆ। ਮਤਲਬ ਤੁਸੀਂ ਕਹਿ ਲਓ ਇੱਕ ਤਰ੍ਹਾਂ ਨਾਲ ਕਿ ਖੱਬੇ ਉੱਪਰ ਤੋਂ ਸੱਜੇ ਹੇਠਾਂ ਵੱਲ ਨੂੰ ਜਾ ਰਹੀ ਹੈ। ਐਂਡ ਜਿਹੜੀ ਪਹਿਲੀ ਡਿਮਾਂਡ ਕਰਵ ਆ ਉਹ ਸਿਰਫ ਇੰਡੀਵਿਜੂਅਲ ਡਿਮਾਂਡ ਕਰਵ ਸੀ। ਬੀ ਜਿਹੜੀਆਂ ਹੇਠਾਂ ਡਾਇਗਰਾਮਸ ਆ ਉਹ ਵੀ ਇੰਡੀਵਿਜੂਅਲ ਆ, ਏ ਅਤੇ ਬੀ ਦੀਆਂ। ਉਸ ਤੋਂ ਬਾਅਦ ਇੱਕ ਮਾਰਕੀਟ ਦੀ ਇਕੱਠੀ ਡਿਮਾਂਡ ਕਰਵ। ਬਸ ਸਾਰੀਆਂ ਡਿਮਾਂਡ ਕਰਵ ਦੇ ਵਿੱਚ ਰਿਲੇਸ਼ਨਸ਼ਿਪ ਉਹੀ ਹੈ ਨੈਗੇਟਿਵ, ਕਿ ਕੀਮਤ ਜਦੋਂ ਘਟਦੀ ਪਈ ਆ ਅਤੇ ਡਿਮਾਂਡ ਆ ਜਿਹੜੀ ਲਗਾਤਾਰ ਵੱਧਦੀ ਪਈ ਆ। ਇਸ ਲਈ ਸਾਰੀਆਂ ਡਿਮਾਂਡ ਕਰਵਸ ਦੇ ਵਿੱਚ ਜਿਹੜੀ ਡਿਮਾਂਡ ਕਰਵ ਦੀ ਸ਼ੇਪ ਹੈ ਉਹ ਡਾਊਨਵਰਡ ਹੀ ਜਿਹੜੀ ਵਾਰ ਹੈਗੀ ਹੈ। ਅਤੇ ਆ ਉਹਦੀ ਐਕਸਪਲੇਨੇਸ਼ਨ ਤੁਸੀਂ ਚਾਹੋ ਤਾਂ ਇਹਦੇ ਅਕੋਰਡਿੰਗ ਇਹਨੇ ਬੜਾ ਵਧੀਆ ਲਿਖਿਆ ਹੋਇਆ। ਉਹ ਐਕਸ 'ਤੇ ਤੁਸੀਂ ਮਾਤਰਾ ਦਿਖਾਈ ਆ, ਉਹ ਵਾਈਸ 'ਤੇ ਤੁਸੀਂ ਕੀਮਤ ਦਿਖਾਈ ਆ। ਠੀਕ ਹੈ, ਇਹ ਸਾਰੀਆਂ ਜਿਹੜੀਆਂ ਡਿਮਾਂਡ ਕਰਵਸ ਆ ਇਹ ਡਾਊਨਵਰਡ ਸਲੋਪ ਦੀਆਂ ਹੈਗੀਆਂ ਆ। ਅਤੇ ਇਹਦੇ ਨਾਲ ਸਾਡਾ ਜਿਹੜਾ ਟੋਪਿਕ ਆ ਉਹ ਕੰਪਲੀਟ ਹੁੰਦਾ। ਜੇ ਮਤਲਬ ਪੂਰਾ ਕੰਪਲੀਟ ਨਹੀਂ ਹੋਇਆ ਲਾਅ ਆਫ ਡਿਮਾਂਡ, ਇਸ ਦੀ ਜਿਹੜੀ ਥੋੜ੍ਹੀ ਆਲੋਚਨਾ ਅਤੇ ਐਕਸੈਪਸ਼ਨਸ ਆ ਉਹ ਮੈਂ ਕੱਲ੍ਹ ਦੇ ਲੈਕਚਰ 'ਚ ਕਰਵਾਵਾਂਗੀ। ਇੱਥੇ ਤੱਕ ਕਿਸੇ ਨੂੰ ਕੋਈ ਵੀ ਡਾਊਟ ਆ, ਕੋਈ ਡਾਇਗਰਾਮ ਨਹੀਂ ਕਲੀਅਰ ਹੋਈ, ਡਾਇਗਰਾਮ ਨੂੰ ਕਿਸੇ ਹੋਰ ਤਰ੍ਹਾਂ ਵੀ ਸਮਝਾਇਆ ਜਾ ਸਕਦਾ, ਮੈਂ ਸਮਝਾ ਸਕਦੀ ਹਾਂ। ਜੇ ਇੱਦਾਂ ਨਹੀਂ ਕਲੀਅਰ ਹੁੰਦਾ ਪਿਆ ਤਾਂ ਕੱਲ੍ਹ ਆਪਾਂ ਦੂਸਰੇ ਤਰੀਕੇ ਨਾਲ ਕਰਾਂਗੇ। ਪਰ ਤੁਸੀਂ ਮੈਨੂੰ ਦੱਸ ਦਿਓ, ਵਟਸਐਪ ਗਰੁੱਪ ਦੇ ਵਿੱਚ ਦੱਸ ਦਿਓ ਕਿ ਤੁਹਾਡਾ ਕੋਈ ਡਾਊਟ ਤਾਂ ਨਹੀਂ ਹੈਗਾ। ਅਦਰਵਾਈਜ਼ ਮੈਂ ਤੁਹਾਨੂੰ ਕੱਲ੍ਹ ਨੈਕਸਟ ਕਰਵਾਵਾਂਗੀ। ਉਦੋਂ ਤੱਕ ਲਈ ਇਹਨੂੰ ਧਿਆਨ ਨਾਲ ਦੇਖ ਲਓ ਇੱਕ ਵਾਰ। ਮੈਂ ਸਟੱਡੀ ਮਟੀਰੀਅਲ ਹੀ ਭੇਜਾਂਗੀ, ਉਸ ਨੂੰ ਵੀ ਪੜ੍ਹ ਲਈਓ। ਥੈਂਕ ਯੂ ਸੋ ਮਚ।